ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 29ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਆਓ ਸਭ ਤੋਂ ਪਹਿਲਾਂ ਉਚਾਰਨ ਵੱਲ ਧਿਆਨ ਦੇਈਏ। ਉਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜਿਵੇਂ ਕਿ 28ਵੀਂ ਪੌੜੀ ਵਿੱਚ ਅਸੀਂ ਇਸ ਬਾਰੇ ਵਿਚਾਰਿਆ ਸੀਗਾ ਕਿ ਇਹ ਜੋ ਗੱਲਬਾਤ ਹੈ, ਗੱਲਬਾਤ ਦੀ ਜੋ ਸ਼ਬਦਾਵਲੀ ਵਰਤੀ ਗਈ ਹੈ, ਜੋ ਸੰਕੇਤ ਮਿਲ ਰਹੇ ਆ, ਉਸ ਨਾਲ ਇੱਕ ਇਸ਼ਾਰਾ ਮਿਲਦਾ ਹੈ ਕਿ ਇਹ ਕਿਤੇ ਨਾ ਕਿਤੇ ਜੋਗੀ ਦੇ ਨਾਲ ਹੋਈ ਭੇਟ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੀ। ਤੇ ਉਸ ਨੂੰ ਹੀ ਅੱਗੇ ਵਧਾਉਂਦੇ ਹੋਏ 29ਵੀਂ ਪੌੜੀ ਤੇ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਆ ਕਿ ਹੋਰ ਉਹ ਕੀ ਕਰਦੇ ਸੀਗੇ ਤੇ ਕਿਸ ਤਰੀਕੇ ਨਾਲ ਉਹਨਾਂ ਦੇ ਭਾਸ਼ਾ ਵਿੱਚ ਹੀ, ਉਹਨਾਂ ਦੇ ਲਿਹਾਜ਼ੇ ਵਿੱਚ ਵੀ ਗੁਰੂ ਸਾਹਿਬ ਨੇ ਇਹ ਆਤਮਕ ਉਪਦੇਸ਼ ਸਰਬ ਵਾਸਤੇ ਜਿਹੜਾ ਹੈ, ਸਾਰੀ ਮਨੁੱਖਤਾ ਵਾਸਤੇ ਇਹ ਗੁਰੂ ਸਾਹਿਬ ਨੇ ਦੇਣ ਦੀ ਕਿਰਪਾਲਤਾ ਕੀਤੀ। ਤੇ ਜਿਵੇਂ ਕਿ 28ਵੀਂ ਪੌੜੀ ਦੀ ਮੂਲ ਪੰਕਤੀਆਂ ਸਨ, ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। 29ਵੀਂ ਪੌੜੀ ਦੀਆਂ ਵੀ ਮੂਲ ਪੰਕਤੀਆਂ ਇਹੀ ਹਨ। ਭੁਗਤ ਗਿਆਨ ਦਇਆ ਭੰਡਾਰਨ। ਭੁਗਤ ਭਾਵ ਭੋਜਨ, ਇੱਕ ਚੂਰਮਾ ਜਿਹਾ, ਜਿਵੇਂ ਅੱਜ ਕੱਲ੍ਹ ਆਪਾਂ ਚੂਰੀ ਕਹਿੰਦੇ ਆ, ਅਗਰ ਪਤਾ ਹੋਏਗਾ ਤਾਂ, ਜਿਵੇਂ ਖਾਸ ਕਰ ਜਿਵੇਂ ਜਿਹੜੇ ਪੁਰਾਤਨ ਹਨ ਉਹਨਾਂ ਨੂੰ ਪਤਾ ਹੈ, ਨਵੀਂ ਪੀੜ੍ਹੀ ਨੂੰ ਘੱਟ ਪਤਾ ਹੋਣਾ। ਤੇ ਉਹਦੇ ਵਿੱਚ ਕੀ ਹੁੰਦਾ ਜੀ, ਜਿਵੇਂ ਅੱਜ ਦਾ ਮੈਂ ਐਗਜ਼ਾਮਪਲ ਦੇਵਾਂ ਕਿ ਬਈ ਪਰੌਂਠੀ ਨੂੰ ਉਹਦੇ ਛੋਟੇ ਛੋਟੇ ਜਿਹੇ ਟੁਕੜੇ ਜਿਹੇ ਕਰਕੇ, ਗਰਈਆਂ ਜਿਹੀ ਕਰਕੇ, ਜਿਹੜੀ ਦੇਸੀ ਘਿਓ ਦੇ ਨਾਲ ਬਣੀ ਹੁੰਦੀ ਹੈ, ਤੇ ਫਿਰ ਉਸ ਨੂੰ ਬਿਲਕੁਲ ਇੰਨਾ ਛੋਟਾ ਛੋਟਾ ਕਰ ਦੇਣਾ, ਬਰੀਕ ਜਿਹਾ ਕਰ ਦੇਣਾ ਕਿ ਉਹਦੀ ਚੂਰੀ ਜਿਹੀ ਬਣ ਜਾਂਦੀ ਹੈ। ਤੇ ਇਸੇ ਤਰੀਕੇ ਨਾਲ ਜੋਗੀਆਂ ਦਾ ਜਿਹੜਾ ਭੋਜਨ ਸੀਗਾ, ਜਿਹੜਾ ਹੈਗਾ, ਜਿਹੜਾ ਕਹਿ ਸਕਦੇ ਹਾਂ ਆਪਾਂ, ਅਜੇ ਭਾਵੇਂ ਅਕਸਰ ਸਾਨੂੰ ਇਹ ਦਿੱਲੀ ਜੇ ਸ਼ਹਿਰ ਵਿੱਚ ਵੇਖਣ ਨੂੰ ਨਹੀਂ ਮਿਲਦਾ, ਜਾਂ ਸ਼ਹਿਰਾਂ ਵਿੱਚ ਇੰਨਾ ਦੇਖਣ ਨੂੰ ਨਹੀਂ ਮਿਲਦਾ, ਪਰ ਇੱਕ ਜੋ ਉਹਨਾਂ ਦਾ ਰਹਿਣ ਸਹਿਣ ਹੁੰਦਾ ਹੈ ਤੇ ਜਿਹੜੇ ਇਸ ਨਾਲ ਅਟੈਚ ਹੁੰਦੇ ਆ, ਉਹਨਾਂ ਨੂੰ ਜ਼ਿਆਦਾ ਸਮਝ ਆਉਂਦੀ ਹੈ। ਤੇ ਗੁਰੂ ਸਾਹਿਬ ਤੇ ਭੇਟ ਕਰ ਰਹੇ ਨੇ, ਤੇ ਇਸ ਲਈ ਜੋ ਗੱਲਬਾਤ ਹੈ ਉਹ ਬਿਲਕੁਲ ਉਹਨਾਂ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਮਝ ਆ ਰਹੀ ਹੋਏਗੀ, ਜਿਸ ਹਿਸਾਬ ਨਾਲ ਇੱਥੋਂ ਇਸ਼ਾਰਾ ਮਿਲਦਾ ਹੈ। ਪਰ ਸਾਨੂੰ ਵੇਖਣਾ ਕਿ ਸਾਨੂੰ ਇੱਥੋਂ ਕੀ ਸਿੱਖਿਆ ਆਪਾਂ ਲੈ ਸਕਦੇ ਹਾਂ ਇਸ ਗੱਲਬਾਤ ਤੋਂ, ਇਸ ਕਨਵਰਸੇਸ਼ਨ ਤੋਂ, ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਉਹ ਸਭ ਦੇ ਵਾਸਤੇ ਇੱਕੋ ਜਿਹਾ ਹੈ। ਤੇ ਇੱਥੇ ਜੋ ਗੱਲ ਕਰੀਏ ਭੁਗਤ ਯਾਨੀ ਕਿ ਭੋਜਨ, ਗੁਰੂ ਸਾਹਿਬ ਕਹਿੰਦੇ ਕਿ ਕਿਉਂਕਿ ਉਹਨਾਂ ਨੇ ਕੀ ਕੀਤਾ ਸੀਗਾ, ਜੋਗੀ ਹਰਾਂ ਨੇ, ਜਿਹੜਾ ਬਾਹਰੀ ਜਿਹੜੇ ਵੀ ਕਈ ਕਰਮ ਹੈਗੇ ਸੀਗੇ, ਜਿਵੇਂ ਭਾਵੇਂ ਭੋਜਨ ਛਕਣਾ ਹੀ ਹੈ, ਉਸ ਨੂੰ ਵੀ ਉਹਨਾਂ ਨੇ ਧਾਰਮਿਕ ਕਿਰਿਆ ਬਣਾਈ ਹੋਈ ਸੀ। ਤੇ ਗੁਰੂ ਸਾਹਿਬ ਜਿੱਥੇ ਵੀ ਪਾਖੰਡ ਨਜ਼ਰ ਆਉਂਦਾ ਸੀ ਧਰਮ ਦੇ ਨਾਮ ਤੇ, ਉਹਦੀ ਹਮੇਸ਼ਾ ਗੁਰੂ ਸਾਹਿਬ ਨੇ ਉਹਨੂੰ ਭੰਡਣ ਦੀ ਕੋਸ਼ਿਸ਼ ਕੀਤੀ ਹੈ, ਉਸ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਪਾਖੰਡ ਨੂੰ ਹਮੇਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਸੇ ਦੇ ਭੋਜਨ ਤੇ ਪੁਆਇੰਟ ਆਊਟ ਨਹੀਂ ਕੀਤਾ, ਪਰ ਅਗਰ ਭੋਜਨ ਦੇ ਨਾਮ ਤੇ ਪਾਖੰਡ ਕੀਤਾ ਜਾ ਰਿਹਾ ਤੇ ਉਸ ਤੇ ਪੁਆਇੰਟ ਆਊਟ ਕੀਤਾ ਜਾ ਰਿਹਾ। ਤੇ ਇੱਥੇ ਉਹਨਾਂ ਦੇ ਭੋਜਨ ਨੂੰ ਐਗਜ਼ਾਮਪਲ ਬਣਾ ਕੇ ਉਹਨੂੰ ਸਮਝਾਉਣਾ ਚਾਹੇ ਕਿ ਅਗਰ ਤੂੰ ਸੋਚ ਰਿਹਾ ਕਿ ਇਹਦੇ ਨਾਲ ਮਨ ਦੀ ਤ੍ਰਿਪਤੀ ਹੋ ਰਹੀ ਹੈ ਇਸ ਭੋਜਨ ਦੇ ਨਾਲ, ਗੁਰੂ ਸਾਹਿਬ ਕਹਿੰਦੇ ਨਹੀਂ, ਜੋ ਅਗਰ ਚਾਹਨਾ ਹੈ ਕਿ ਤੇਰੀ ਕੋਈ ਅਧਿਆਤਮਿਕ ਤੌਰ ਤੇ ਤਰੱਕੀ ਹੋਏ ਤੇ ਕੰਮ ਕਰ, ਭੁਗਤ ਗਿਆਨ, ਗਿਆਨ ਨੂੰ ਆਪਣਾ ਭੋਜਨ ਬਣਾ, ਦਇਆ ਭੰਡਾਰਨ, ਤੇ ਦਇਆ ਰੱਖ, ਦਇਆ ਨੂੰ ਕਿਸ ਤੌਰ ਤੇ ਰੱਖ, ਭੰਡਾਰਨ ਭਾਵ ਵੰਡਣ ਵਾਲੇ। ਜਿਵੇਂ ਕਿ ਅਸੀਂ ਵੇਖਿਆ ਜਾਂਦਾ ਕਿ ਅਗਰ ਲੰਗਰ ਦੀ ਸੇਵਾ ਹੈ ਤੇ ਉਹਦੇ ਵਿੱਚ ਲੰਗਰ ਵਰਤਾਉਣ ਵਾਲੇ ਵੀ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਕਿ ਲੰਗਰ ਦੀ ਸੇਵਾ ਕਰ ਰਹੇ ਹਨ, ਤੇ ਪੰਗਤ ਵਿੱਚ ਛਕਣ ਵਾਲੇ ਹੁੰਦੇ ਆ। ਤੇ ਗੁਰੂ ਸਾਹਿਬ ਕਹਿੰਦੇ ਆ ਉਸ ਟਾਈਮ ਦਾ ਜੋ ਮਾਹੌਲ ਕ੍ਰੀਏਟ ਕਰ ਰਹੇ ਆ
ਕਿ ਇੱਕ ਤੇ ਹੋ ਗਿਆ ਭੋਜਨ, ਫਿਰ ਉਸ ਨੂੰ ਵੰਡਣ ਵਾਲੇ ਹੁੰਦੇ ਸੀ ਜਿਹਨੂੰ ਭੰਡਾਰਨ ਕਿਹਾ ਜਾਏ, ਜਿਵੇਂ ਦਿਆ ਭੰਡਾਰਨ ਐਗਜ਼ਾਮਪਲ ਦਿੱਤਾ, ਭੰਡਾਰਨ ਯਾਨੀ ਕਿ ਵੰਡਣ ਵਾਲਾ। ਤੇ ਵੇਖਿਆ ਗਿਆ ਹੈ ਵੰਡ ਉਹੀ ਸਕਦਾ ਹੈ ਜਿਹਦੇ ਅੰਦਰ ਦਇਆ ਹੋਏ। ਅਗਰ ਇੱਕ ਦੁਨਿਆਵੀ ਸੋਚ ਵਾਲਾ ਬੰਦਾ, ਅਗਰ ਉਹਦੇ ਕੋਲ ਕੋਈ ਗਿਆਨ ਹੈ, ਹੁਣ ਇਹ ਜੋ ਗਿਆਨ ਹੈ ਉਹਦਾ ਕਿਤਾਬੀ ਗਿਆਨ ਹੋ ਸਕਦਾ ਹੈ, ਦੁਨਿਆਵੀ ਗਿਆਨ ਹੋ ਸਕਦਾ ਹੈ, ਜਾਂ ਸੁਣਾ ਸੁਣਾਇਆ ਗਿਆਨ ਹੋ ਸਕਦਾ ਹੈ, ਤੇ ਉਹਦੇ ਵਿੱਚ ਇਹ ਭਾਵਨਾ ਨਹੀਂ ਆਉਂਦੀ। ਉਹ ਕਹਿੰਦਾ ਹੁਣ ਇਹਦੇ ਨਾਲ ਮੈਂ ਕਿਵੇਂ ਫਾਇਦਾ ਚੱਕਾਂ ਤੇ ਦੂਜਿਆਂ ਤੋਂ ਕਿਵੇਂ ਮੈਂ ਵੱਧ ਤੋਂ ਵੱਧ ਮੁਨਾਫਾ ਕੱਢ ਸਕਾਂ। ਭਾਵ ਉਹ ਵੰਡਣਾ ਨਹੀਂ ਚਾਹੁੰਦਾ, ਇੱਕ ਕਾਈਂਡ ਆਫ ਕਹਿ ਸਕਦੇ ਕਿ ਬਿਜ਼ਨਸ ਇਸ ਨੂੰ ਬਣਾਉਣਾ ਚਾਹੁੰਦਾ ਹੈ ਕਿ ਕਿਵੇਂ ਵੱਧ ਤੋਂ ਵੱਧ ਮੈਨੂੰ ਇਸ ਦਾ ਫਾਇਦਾ ਮਿਲੇ। ਪਰ ਅਗਰ ਕਿਸੇ ਕੋਲ ਅਧਿਆਤਮਕ ਗਿਆਨ ਹੈ, ਉਹ ਗੁਰੂ ਦਾ ਸੱਚਾ ਗਿਆਨ ਹੈ, ਜਿਸ ਨੇ ਉਹਦੇ ਅੰਦਰ ਦਇਆ ਪੈਦਾ ਕਰ ਦਿੱਤੀ, ਤੇ ਫਿਰ ਉਹ ਕੀ ਬਣੇਗਾ? ਉਹ ਦਿਆਲੂ ਬਣੇਗਾ, ਕਿਉਂਕਿ ਉਹਦੇ ਗੁਣ ਉਹਦੇ ਵਿੱਚ ਆਣਗੇ ਪ੍ਰਮਾਤਮਾ ਦੇ, ਤੇ ਉਹ ਦਇਆ ਉਪਜੇਗੀ, ਤੇ ਦਇਆ ਦੇ ਕਾਰਨ ਫਿਰ ਉਹ ਉਸ ਨੂੰ ਅੱਗੇ ਵੰਡਣ ਦੀ ਕੋਸ਼ਿਸ਼ ਕਰਦਾ। ਤੇ ਦਇਆ ਭੰਡਾਰਨ, ਗੁਰੂ ਸਾਹਿਬ ਕਹਿੰਦੇ ਕਿ ਦਇਆ ਨੂੰ ਭੰਡਾਰਨ ਬਣਾ, ਭਾਵ ਦਇਆ ਨੂੰ ਵੰਡਣ ਵਾਲਾ ਬਣਾ। ਤੇ ਜਿਹੜੇ ਜੋਗੀ ਸਨ ਜਾਂ ਜਿਹੜੇ ਇਸ ਵੇਲੇ ਦੇ ਹਨ, ਤੇ ਜਦ ਉਹ ਭੋਜਨ ਛਕਣ ਲੱਗਦੇ ਸਨ ਤੇ ਇੱਕ ਸਾਊਂਡ ਜਿਹਾ ਕ੍ਰੀਏਟ ਕਰਦੇ ਸੀ, ਆਵਾਜ਼ ਕਰਦੇ ਸੀਗੇ, ਕਹਿ ਸਕਦੇ ਆ ਕਿ ਸ਼ੰਖ ਟਾਈਪ ਜਿਹਾ ਉਹਨਾਂ ਕੋਲ ਸੀਗਾ, ਤੇ ਉਹਦੇ ਨਾਲ ਆਵਾਜ਼ ਕਰਦੇ ਸੀ ਜਿੰਨਾ ਪਤਾ ਲੱਗ ਜਾਂਦਾ ਸੀ ਭੋਜਨ ਤਿਆਰ ਹੈ ਤੇ ਹੁਣ ਬਹਿ ਕੇ ਛਕਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਠੀਕ ਹੈ, ਪਰ ਇਹਦੇ ਨਾਲ ਕੋਈ ਅਧਿਆਤਮਕ ਤੂੰ ਸੋਚੇ ਕਿ ਬਈ ਮੈਂ ਕੋਈ ਕੁਝ ਹਾਸਲ ਕਰ ਲਿਆ, ਨਹੀਂ। ਗੁਰੂ ਸਾਹਿਬ ਕਹਿੰਦੇ ਘੱਟ ਘੱਟ ਵਾਜਾ ਹੈ ਨਾਦ, ਉਹ ਵੀ ਤੇ ਵੇਖ, ਉਹ ਵੀ ਤੇ ਸੁਣ। ਜੇ ਤੂੰ ਮਨ ਦੀ ਚਾਹੁੰਦਾ ਕਿ ਕੋਈ ਪ੍ਰੋਗਰੈਸ ਹੋਵੇ, ਕੋਈ ਤਰੱਕੀ ਹੋਵੇ, ਤੇ ਉਸ ਨੂੰ ਸੁਣ। ਜੋ ਘੱਟ ਘੱਟ ਵਾਜਾ ਹੈ ਨਾਦ, ਜੋ ਤੇਰੇ ਘੱਟ ਘੱਟ ਵਿੱਚ ਜੋ ਸ਼ਬਦ ਚੱਲ ਰਿਹਾ, ਜੋ ਆਵਾਜ਼ ਚੱਲ ਰਹੀ ਹੈ, ਜੋ ਬਿਨਾਂ ਕਿਸੇ ਆਹਤ ਤੋਂ, ਜੋ 24 ਘੰਟੇ ਤੇਰੇ ਸਵਾਸਾਂ ਦੇ ਨਾਲ ਜੋ ਦਮ ਦਮ ਚੱਲ ਰਿਹਾ ਹੈ, ਉਸ ਨੂੰ ਸੁਣਨ ਦੀ ਕੋਸ਼ਿਸ਼ ਕਰ। ਉਸ ਨੂੰ ਸੁਣ ਕੇ ਤੇਰੇ ਅੰਦਰ ਇਹ ਉਪਜੇ, ਮਨ ਵਿੱਚ ਇਹ ਚਾਅ ਪੈਦਾ ਹੋਏ ਕਿ ਮੈਨੂੰ ਅਸਲ ਵਿੱਚ ਛਕਣਾ ਕੀ ਹੈ ਤੇ ਵੰਡਣਾ ਕੀ ਹੈ। ਜਦ ਉਸ ਨੂੰ ਸੁਣੇਗਾ ਘੱਟ ਘੱਟ ਵਾਜੇ ਨਾਦ, ਤੇ ਇਹ ਬਿਰਤੀ ਤੇਰੀ ਜਿਹੜੀ ਹੈ ਉਹ ਹੋਰ ਪ੍ਰਬਲ ਹੋਏਗੀ। ਇਸ ਤੋਂ ਪ੍ਰਭਾਵਿਤ ਹੋ, ਬਾਹਰੀ ਆਵਾਜ਼ ਤੋਂ ਜਿਨ੍ਹਾਂ ਤੋਂ ਪ੍ਰਭਾਵਿਤ ਹੈ, ਉਸ ਤੋਂ ਵੱਧ ਤੈਨੂੰ ਅੰਦਰਲੀ ਆਵਾਜ਼ ਤੋਂ ਪ੍ਰਭਾਵਿਤ ਹੋਣ ਦੀ ਲੋੜ ਪਏਗੀ। ਆਪ ਨਾਥ, ਪਰਮਾਤਮਾ ਹੀ ਅਸਲ ਨਾਥ ਹੈ। ਅਕਸਰ ਜੋਗੀਆਂ ਵਿੱਚ ਕੋਈ ਨਾ ਕੋਈ ਉਹਨਾਂ ਦਾ ਆਗੂ ਹੁੰਦਾ ਜਿਸ ਨੂੰ ਫਿਰ ਬਾਕੀ ਸਾਰੇ ਫੋਲੋ ਕਰਦੇ ਆ, ਪਰ ਗੁਰੂ ਸਾਹਿਬ ਕਹਿੰਦੇ ਉਹ ਆਪ ਹੀ ਜੋ ਅਕਾਲ ਪੁਰਖ ਹੈ, ਉਹੀ ਸਭ ਦਾ ਨਾਥ ਹੈ। ਉਸ ਤੋਂ ਵੱਡਾ ਨਾਥ ਹੋਰ ਕੌਣ ਹੋ ਸਕਦਾ ਹੈ? ਉਸ ਤੋਂ ਵੱਡਾ ਮਾਲਕ ਹੋਰ ਕੌਣ ਹੋ ਸਕਦਾ ਹੈ? ਨਾਥੀ ਸਭ ਜਾਖੀ। ਤੇ ਬਾਕੀ ਜਿੰਨੀਆਂ ਵੀ ਹਨ, ਜਿੰਨੇ ਵੀ ਜੀਵ ਹਨ, ਜੀਵ ਇਸਤਰੀ ਹਨ, ਉਹਦੀਆਂ ਨਾਥੀ ਹਨ, ਭਾਵ ਉਹਨੂੰ ਫੋਲੋ ਕਰਨ ਵਾਲੀਆਂ ਹਨ। ਅਸਲ ਜਿਹੜਾ ਨਾਥ ਹੈ ਉਹ ਪਰਮਾਤਮਾ ਹੋ ਗਿਆ, ਤੇ ਬਾਕੀ ਸਾਰੇ ਕੀ ਹੋ ਗਏ? ਜਿਵੇਂ ਅਸੀਂ ਪੜ੍ਹਿਆ ਸੀਗਾ, ਆਈ ਪੰਥੀ ਸਗਲ ਜਮਾਤੀ। ਉਸੇ ਤਰੀਕੇ ਨਾਲ ਇਹ ਤੁਕਾਂ ਜਿਹੜੀਆਂ ਕਹਿ ਸਕਦੇ ਹਨ, ਜਿਹਦੇ ਵਿੱਚ ਆਪ ਨਾਥ ਯਾਨੀ ਕਿ ਪਰਮਾਤਮਾ ਨਾਥ ਹੈ, ਤੇ ਬਾਕੀ ਸਭ ਕੀ ਹਨ? ਕਾਈਂਡ ਆਫ ਸਟੂਡੈਂਟਸ ਹਨ, ਉਸ ਨੂੰ ਫੋਲੋ ਕਰਨ ਵਾਲੇ ਹਨ। ਨਾਥੀ ਸਭ ਜਾਕੀ, ਬਾਕੀ ਸਭ ਕੀ ਹਨ? ਨਾਥੀ ਹਨ, ਭਾਵ ਕਹਿ ਸਕਦੇ ਹਾਂ ਉਸ ਨੂੰ ਫੋਲੋ ਕਰੇ ਹਨ, ਫੋਲੋਵਰਸ ਹਨ। ਰਿੱਧ ਸਿੱਧ ਅਵਰਾਸਾ, ਤੇ ਜੋ ਇਹ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਨਾ, ਇਹ ਅਵਰਾਸਾਦ ਭਾਵ ਦੂਜੇ ਪਾਸੇ ਖੱਜਲ ਖੁਆਰ ਕਰਨ ਵਾਲੀਆਂ ਹਨ ਜੀਵ ਨੂੰ, ਇਹ ਪਰਮਾਤਮਾ ਤੋਂ ਤੋੜਦੀਆਂ ਹਨ। ਕਿਉਂਕਿ ਅਕਸਰ ਵੇਖਿਆ ਗਿਆ ਕਿ ਕਈ ਵਾਰ ਜੋ ਸਾਧਨਾ ਦਾ ਮੁੱਖ ਉਦੇਸ਼ ਹੁੰਦਾ ਸੀਗਾ, ਉਹ ਸੀਗਾ ਕੁਝ ਅਜਿਹੇ ਕਰਾਮਾਤਾਂ ਹਾਸਲ ਕਰ ਲੈਣੀਆਂ, ਕਰਾਮਾਤਾਂ ਦਿਖਾ ਦੇਣੀਆਂ ਲੋਕਾਂ ਨੂੰ, ਜਿਹਦੇ ਨਾਲ ਲੋਕ ਪ੍ਰਭਾਵਿਤ ਹੋਣ। ਲੋਕੀਆਂ ਨੂੰ ਤੇ ਪ੍ਰਭਾਵਿਤ ਕਰਨ ਵਾਸਤੇ ਬਹੁਤ ਕੁਝ ਕੀਤਾ ਗਿਆ, ਪਰ ਆਪਣਾ ਜਿਹੜਾ ਅਸਲ ਟਿਕਾਣਾ ਸੀਗਾ, ਆਪਣੀ ਜਿਹੜੀ ਅਸਲ ਮੰਜ਼ਿਲ ਸੀ, ਜਿਸ ਨੂੰ ਹਾਸਲ ਕਰਨ ਵਾਸਤੇ ਤੁਰੇ ਸੀ, ਜਿਸ ਕਾਰਨ ਨਾਮ ਜਪਣਾ ਸ਼ੁਰੂ ਹੋਇਆ ਸੀਗਾ, ਉਹ ਤੇ ਦੂਰ ਹੀ ਰਹਿ ਗਿਆ। ਉਹ ਤੇ ਖੱਜਲ ਖੁਆਰ ਹੋ ਗਏ, ਤੇ ਰਿੱਧੀਆਂ ਸਿੱਧੀਆਂ ਵਿੱਚ ਹੀ ਅਕਸਰ ਜਿਹੜਾ ਮਨੁੱਖ ਹੈ ਉਹ ਉਲਝਦਾ ਨਜ਼ਰ ਆਇਆ। ਤੇ ਅੱਜ ਦੇ ਟਾਈਮ ਤੇ ਆਪਾਂ ਕਹਿ ਸਕਦੇ ਹਾਂ ਕਿ ਜੋ ਵੀ ਸਾਨੂੰ ਇਹ ਦੁਨਿਆਵੀ ਪਦਾਰਥ ਨਜ਼ਰ ਆ ਰਹੇ ਆ, ਇਹ ਕਹਿ ਸਕਦੇ ਹਾਂ ਕਿ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਜੋ ਮਾਇਆ ਦੇ ਰੂਪ ਹਨ, ਕਈ ਵਾਰ ਬੰਦਾ ਇਹਦੇ ਵਿੱਚ ਉਲਝ ਜਾਂਦਾ ਹੈ। ਮੰਨ ਲਵੋ ਕਿ ਪਰਮਾਤਮਾ ਨੂੰ ਮਿਲਣ ਲਈ ਤੁਰਿਆ, ਹੁਣ ਰਸਤੇ ਵਿੱਚ ਪਰਿਵਾਰ ਵੀ ਮਿਲਦਾ ਹੈ,
ਤੇ ਚੰਗਾ ਕਾਰੋਬਾਰ ਵੀ ਮਿਲਦਾ, ਸਭ ਕੁਝ ਮਿਲਦਾ। ਗੁਰੂ ਸਾਹਿਬ ਨੇ ਕੁਝ ਛੱਡਣ ਨੂੰ ਨਹੀਂ ਗਿਆ। ਪਰ ਅਗਰ ਇਹਦੇ ਵਿੱਚ ਉਲਝ ਕੇ ਅੱਜ ਦੇ ਟਾਈਮ ਤੇ ਕਹਿ ਸਕਦੇ ਹਾਂ ਜੋ ਮਾਹੌਲ ਹੈ ਉਸ ਹਿਸਾਬ ਨੇ ਜੋ ਰਿੱਧੀਆਂ ਸਿੱਧੀਆਂ ਅੱਜ ਦੇ ਕਹਿ ਸਕਦੇ ਹਾਂ ਕਿ ਬੰਦਾ ਨਾਮ ਜਪਦਾ ਹੈ ਤੇ ਗੁਰੂ ਸਾਹਿਬ ਉਹਨੂੰ ਦੁਨਿਆਵੀ ਪੱਖੋਂ ਵੀ ਉੱਚਾ ਕਰਦੇ ਆ। ਇਹ ਨਹੀਂ ਕਿ ਹਾਂ ਬਸ ਉਹ ਗਰੀਬ ਦਾ ਗਰੀਬ ਰਹਿੰਦਾ, ਨਹੀਂ, ਉਹਨੂੰ ਮਨ ਤੇ ਤਨ ਸਾਰੇ ਸੁੱਖ ਉਹਨੂੰ ਮਿਲਦੇ ਆ। ਉਹ ਗੱਲ ਵੱਖਰੀ ਹੈ, ਉਹਦੇ ਵਿੱਚ ਉਲਝਦਾ ਨਹੀਂ। ਪਰ ਹਾਂ ਸਟੇਜਾਂ ਆਉਂਦੀਆਂ, ਸਟੇਜ ਬਾਏ ਸਟੇਜ ਉਹਨੂੰ ਸਮਝ ਆਉਂਦੀ ਹੈ। ਅਗਰ ਉਹਨੂੰ ਅਜਿਹੀ ਸਟੇਜ ਮਿਲੇ ਜਿਹਦੇ ਵਿੱਚ ਉਹਨੂੰ ਦੁਨਿਆਵੀ ਉਹਦੀ ਸਾਰੀ ਲੋੜਾਂ ਪੂਰੀਆਂ ਹੋ ਰਹੀਆਂ ਹਨ, ਅਗਰ ਇਹਦੇ ਵਿੱਚ ਹੀ ਉਲਝ ਰਿਹਾ ਤੇ ਫਿਰ ਗੁਰੂ ਸਾਹਿਬ ਕਹਿੰਦੇ ਇਹ ਤੇ ਫਿਰ ਅਵਰਾ ਸਾਧ ਹੋ ਗਿਆ ਨਾ, ਇਹ ਤੇ ਹੋਰ ਹੀ ਕੰਮ ਹੋ ਗਏ, ਇਹ ਤੇ ਹੋਰ ਹੀ ਸਵਾਦ ਹੋ ਗਿਆ, ਇਹ ਹੋਰ ਹੀ ਤੇਰਾ ਭੋਜਨ ਹੋ ਗਿਆ, ਜਿਸ ਕਾਰਨ ਤੈਨੂੰ ਪਰਮਾਤਮਾ ਭੁੱਲ ਰਿਹਾ ਹੈ। ਇਹ ਜੋ ਰਿੱਧੀਆਂ ਸਿੱਧੀਆਂ ਹਨ ਇਹਦੇ ਵਿੱਚ ਉਲਝਣਾ ਨਹੀਂ। ਤੇ ਜੋਗੀਆਂ ਕੋ ਕਿਹਾ ਜਾਂਦਾ ਹੈ ਤੇ ਅੱਜ ਦੇ ਟਾਈਮ 'ਚ ਜੋ ਹੈ ਮਾਹੌਲ ਉਸ ਹਿਸਾਬ ਨਾਲ ਕਹਿ ਸਕਦੀ ਹਾਂ ਕਿ ਕਿਉਂਕਿ ਨਾਮ ਜਪਣ ਵਾਲੇ ਜਿਹੜੇ ਆ ਉਹ ਵੀ ਬਥੇਰੇ ਆ ਤੇ ਹੋਰ ਵੀ ਦੁਨੀਆ ਵਿੱਚ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ, ਜਿਨ੍ਹਾਂ ਨੂੰ ਅਸੀਂ ਕਦੇ ਅਨੁਭਵ ਨਹੀਂ ਕੀਤਾ ਤੇ ਜਿਨ੍ਹਾਂ ਨੂੰ ਅਸੀਂ ਜਾਂ ਤਾਂ ਪੜ੍ਹਿਆ ਹੁੰਦਾ ਜਾਂ ਸੁਣਿਆ ਹੁੰਦਾ ਹੈ ਜਾਂ ਪ੍ਰੈਕਟੀਕਲ ਅਨੁਭਵ ਕੀਤਾ ਹੁੰਦਾ ਹੈ, ਉਸ ਨੂੰ ਹੀ ਅਸੀਂ ਮੰਨਦੇ ਹਾਂ। ਪਰ ਜਿਸ ਨੂੰ ਅਗਰ ਨਹੀਂ ਪਤਾ ਤੇ ਕਈ ਵਾਰ ਅਸੀਂ ਨਹੀਂ ਮੰਨਦੇ। ਪਰ ਇਹਦੇ ਵਿੱਚ ਜਿਵੇਂ ਹੁਣ ਰਿੱਧ ਸਿੱਧ ਅਗਰ ਗੱਲ ਆਈ ਹੈ ਤੇ ਰਿੱਧੀਆਂ ਸਿੱਧੀਆਂ ਵੀ ਹਨ। ਰਿੱਧੀਆਂ ਸਿੱਧੀਆਂ ਵਿੱਚ ਹੁੰਦਾ ਹੈ ਭਾਵ ਜਿਵੇਂ ਆਪਣਾ ਭਾਰ ਜਿਹੜਾ ਹਲਕਾ ਕਰ ਲੈਣਾ, ਆਪਣੇ ਜਿਹੜੇ ਸਵਾਸਾਂ ਨੂੰ ਵਸ ਕਰਨ ਦੀ ਜਿਵੇਂ ਉਹਨਾਂ ਵਿੱਚ ਹੁੰਦੀ ਕਿ ਬਈ ਸਵਾਸ ਲੰਬੇ ਲੈ ਕੇ ਉਮਰ ਵਧਾ ਲੈਣੀ ਹੈ ਨਾ, ਤੇ ਦੂਜਿਆਂ ਨੂੰ ਵਸ ਕਰ ਲੈਣਾ। ਅਜਿਹੇ ਜਿਹੜੇ ਮਤਲਬ ਹੋਰ ਕਰਮਕਾਂਡ ਕਹਿ ਸਕਦੇ ਹਾਂ, ਕਰਾਮਾਤਾਂ, ਜਿਹਦੇ ਨਾਲ ਲੋਕ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਹੈ ਨਾ। ਪਰ ਕਹਿੰਦੇ ਗੁਰੂ ਸਾਹਿਬ ਇਹ ਸਭ ਚੀਜ਼ਾਂ ਜਿਹੜੀਆਂ ਹਨ, ਇਹ ਜੋ ਕਰਾਮਾਤਾਂ ਹਨ, ਇਹ ਪਰਮਾਤਮਾ ਦੇ ਮਿਲਾਪ ਲਈ ਸਹਾਇਕ ਨਹੀਂ ਹਨ, ਇਹ ਤੇ ਅਵਰਾ ਸਾਧ ਹਨ, ਇਹ ਤੇ ਸਾਨੂੰ ਉਲਝਾਉਣ ਵਾਲੀਆਂ ਹਨ, ਇਹ ਪਰਮਾਤਮਾ ਤੋਂ ਤੋੜਦੀਆਂ ਹਨ। ਇਹਦੇ ਵਿੱਚ ਬੰਦਾ ਉਲਝ ਜਾਂਦਾ, ਖੁਆਰ ਹੋ ਜਾਂਦਾ ਹੈ। ਇਸ ਲਈ ਇਸ ਤੋਂ ਉੱਪਰ ਉੱਠਣਾ ਹੈ। ਸੰਜੋਗ ਵਿਜੋਗ, ਸੰਜੋਗ ਭਾਵ ਮਿਲਾਪ ਮੇਲਾ, ਵਿਜੋਗ ਵਿਛੋੜਾ। ਗੁਰੂ ਸਾਹਿਬ ਕਹਿੰਦੇ ਸੰਜੋਗ ਤੇ ਵਿਜੋਗ ਜਿਹੜੇ ਆ ਦੋਏ ਕਾਰ ਚਲਾ ਰਹੇ, ਇਹ ਦੋਨੋਂ ਹੀ ਜਿਹੜੇ ਆ ਇਸ ਸੰਸਾਰ ਨੂੰ ਚਲਾ ਰਹੇ ਆ। ਕੋਈ ਮਿਲ ਰਿਹਾ ਹੈ, ਕੋਈ ਵਿਛੜ ਰਿਹਾ ਹੈ। ਤੇ ਇਹ ਜੋ ਮੇਲਾ ਹੋਰ ਜੋ ਇਹ ਵਿਛੋੜਾ ਹੈ, ਇਹੀ ਜਿਹੜਾ ਹੈ ਇਹਦੇ ਨਾਲ ਹੀ ਇਹ ਪੂਰੀ ਦੁਨੀਆ ਚੱਲ ਰਹੀ ਹੈ ਹੁਣ। ਪਰ ਗੁਰੂ ਸਾਹਿਬ ਕਹਿੰਦੇ ਇਹ ਮਿਲਦਾ ਕਿਵੇਂ ਹੈ? ਕੋਈ ਮਿਲ ਜਾਂਦਾ ਹੈ, ਕੋਈ ਵਿਛੜ ਜਾਂਦਾ। ਗੁਰੂ ਸਾਹਿਬ ਕਹਿੰਦੇ ਲੇਖੇ ਆਵਹਿ ਭਾਗ। ਲੇਖੇ ਇੱਥੇ ਉਚਾਰਨ ਹੈ ਲੇਖੇ ਆਵਹਿ ਭਾਗ, ਯਾਨੀ ਕਿ ਜੋ ਬੰਦਾ ਕਰਮ ਕਮਾਈ ਜਾ ਰਿਹਾ ਉਸ ਹਿਸਾਬ ਨਾਲ ਉਹ ਆਪਣੇ ਲਿਖਵਾਈ ਜਾ ਰਿਹਾ ਤੇ ਫਿਰ ਉਹਦੇ ਭਾਗ ਬਣ ਜਾਂਦੇ ਆ ਤੇ ਫਿਰ ਉਹਨੂੰ ਮੇਲਾ ਜਾਂ ਫਿਰ ਵਿਛੋੜਾ ਪ੍ਰਾਪਤ ਹੋ ਰਿਹਾ। ਇਹ ਉਹਦੇ ਕਰਮ ਦੇ ਅਨੁਸਾਰ ਹੀ ਹੈ। ਹੁਣ ਵੇਖਿਆ ਜਾਂਦਾ ਹੈ ਕਿ ਜਿਹੜਾ ਮਿਲਣ ਦੀ ਕੋਸ਼ਿਸ਼ ਕਰ ਰਿਹਾ ਯਾਨੀ ਕਿ ਉਸ ਪਰਮਾਤਮਾ ਨੂੰ, ਤੇ ਅਗਰ ਉਸ ਨੂੰ ਇਸ ਵਿੱਚ ਕੁਝ ਨਜ਼ਰ ਆਉਂਦਾ, ਕੁਝ ਤਰੱਕੀ ਹਾਸਲ ਹੁੰਦੀ ਹੈ, ਕੁਝ ਪ੍ਰੋਗਰੈਸ ਮਿਲਦੀ ਹੈ, ਤਾਂ ਉਹਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਦੂਜਿਆਂ ਨੂੰ ਵੀ ਉਹ ਮੇਲ ਲੇ, ਯਾਨੀ ਕਿ ਸੰਜੋਗ ਜਿਹੜਾ ਯਾਨੀ ਕਿ ਖੁਦ ਸੰਜੋਗੀ ਯਾਨੀ ਕਿ ਸੰਜੋਗ ਉਹਦੇ ਬਣੇ ਹੋਏ ਆ, ਉਹ ਮੇਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੂਜਿਆਂ ਨੂੰ ਵੀ ਕੋਸ਼ਿਸ਼ ਕਰਦਾ ਕਿ ਉਹ ਵੀ ਇਸ ਪਾਸੇ ਤੁਰਨ ਯਾਨੀ ਕਿ ਮਿਲਣ ਵੱਲ ਕੋਸ਼ਿਸ਼ ਕਰਨ, ਅੱਗੇ ਵਧਣ। ਤੇ ਵਿਜੋਗ ਯਾਨੀ ਕਿ ਵਿਛੜਨ। ਉਹ ਜਿਹੜੇ ਵਿਛੜੇ ਹੋਏ ਆ ਉਹ ਕੀ ਕਰਦੇ ਆ? ਉਹ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਨਾ ਚਾਹੁੰਦੇ। ਪ੍ਰਭਾਵਿਤ ਦੋਨੋਂ ਹੀ ਕਰ ਰਹੇ ਆ। ਜਿਹੜਾ ਜੁੜਿਆ ਹੈ ਉਹ ਕੋਸ਼ਿਸ਼ ਕਰਦਾ ਬਈ ਪ੍ਰਭਾਵਿਤ ਹੋ ਕੇ ਦੂਜੇ ਵੀ ਜੁੜਨ, ਉਹਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ। ਤੇ ਜਿਹੜਾ ਆਪ ਵਿਛੜਿਆ ਹੋਇਆ, ਜਿਹੜੇ ਦੂਜੇ ਕਰਮਾਂ ਵਿੱਚ ਲੱਗਾ ਹੋਇਆ, ਉਹ ਕਹੇਗਾ ਕੀ ਲੈਣਾ ਗੁਰਦੁਆਰੇ ਜਾ ਕੇ, ਕੀ ਕਰਨਾ ਸੰਗਤ ਕਰਕੇ, ਇੱਧਰ ਕੁਛ ਨਹੀਂ ਮਿਲਿਆ, ਛੱਡ ਪਰੇ। ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ। ਤਾਂ ਦੂਜੇ ਨੂੰ ਵੀ ਵਿਛੋੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਜੋ ਮੇਲਾ ਔਰ ਜੋ ਵਿਛੋੜਾ ਹੈ ਨਾ, ਇਹੀ ਪੂਰੀ ਦੁਨੀਆ ਦੀ ਕਾਰ ਚਲਾ ਰਿਹਾ, ਇਹ ਸੰਸਾਰ ਚਲਾ ਰਿਹਾ, ਇਹ ਸੱਚਾਈ ਹੈ। ਲੇਖੇ ਆਵੇ ਭਾਵ, ਪਰ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਜੋ ਅਸੀਂ ਲਿਖ ਰਹੇ ਹਾਂ, ਯਾਨੀ ਕਿ ਜੋ ਸਾਡੇ ਸੰਸਕਾਰ ਬਣ ਰਹੇ ਆ, ਉਹਦੇ ਨਾਲ ਹੀ ਸਾਨੂੰ ਸਾਡੇ ਭਾਗਾਂ ਵਿੱਚ ਇਹ ਸੰਜੋਗ ਜਾਂ ਵਿਜੋਗ ਜਿਹੜੇ ਆ ਉਹ ਹਾਸਿਲ ਹੋ ਰਹੇ ਹਨ। ਆਦੇਸ਼ ਤਿਸੇ ਆਦੇਸ਼। ਫਿਰ ਇੱਕ ਵਾਰ ਗੁਰੂ ਸਾਹਿਬ ਨੇ ਸਮਝਾਉਂਦੇ ਹੋਏ ਕਿ ਮੇਰਾ ਨਮਸਕਾਰ ਕਿਸੇ ਮਨੁੱਖਤਾ ਨੂੰ ਨਹੀਂ, ਮਾਫੀ ਚਾਹੁੰਦਾ, ਪਰ ਕਿਸੇ ਇੱਕ ਮਨੁੱਖ ਨੂੰ ਨਹੀਂ ਹੈ, ਕਿਉਂਕਿ ਮਨੁੱਖ ਨਾਸਵੰਦ ਹੈ। ਜੋ ਦ੍ਰਿਸ਼ਟਮਾਨ ਹੈ ਉਸਨੇ ਦੁਨੀਆ ਤੋਂ ਇੱਕ ਦਿਨ ਕੂਚ ਕਰਨਾ ਹੈ। ਇਹ ਸਰੀਰ ਜਿਹੜਾ ਹੈ ਇਹ ਨਾਸ਼ਵੰਦ ਹੈ ਤੇ ਅਸੀਂ ਸਭ ਨੂੰ ਛੱਡ ਕੇ ਜਾਣਾ ਹੈ। ਤੇ ਹੁਣ ਜਿਵੇਂ ਜੋਗੀ ਆ, ਉਹਦੇ ਸਾਹਮਣੇ ਕੀ ਹੈ ਬਈ, ਇੱਕ ਆਗੂ ਹੈ ਤੇ ਉਸ ਨੂੰ ਉਹ ਫੋਲੋ ਕਰ ਰਿਹਾ ਹੈ। ਹੁਣ ਲੇਕਿਨ
ਉਹਦੀ ਵੀ ਜਿਹੜੀ ਉਮਰ ਹੈ ਉਹ ਤੇ ਸੀਮਿਤ ਹੈ ਨਾ। ਅੱਜ ਹੋਇਆ ਫਿਰ ਕੱਲ ਫਿਰ ਉਹ ਕੋਈ ਹੋਰ ਟੁੰਡੇਗਾ। ਇਸੇ ਤਰੀਕੇ ਨਾਲ ਵੇਖਿਆ ਜਾਂਦਾ ਕਿ ਦੁਨਿਆਵੀ ਪੱਖੋਂ ਕਈ ਜਿਹੜੇ ਆ ਉਹ ਸਰੀਰ ਨੂੰ ਹੀ ਗੁਰੂ ਬਣਾ ਕੇ ਬਹਿ ਜਾਂਦੇ ਆ, ਪਰ ਪਤਾ ਲੱਗਦਾ ਕਿ ਕੁਝ ਟਾਈਮ ਦੇ ਬਾਅਦ ਉਹ ਜਿਹੜਾ ਸਰੀਰ ਹੈ, ਜਿਹਨੂੰ ਗੁਰੂ ਧਾਰਿਆ ਹੋਇਆ, ਜਿਹਨੂੰ ਬਾਪੂ ਕਿਹਾ ਜਾਂਦਾ, ਜਿਹਨੂੰ ਫਾਦਰ ਤੱਕ ਮੰਨ ਲੈਂਦੇ ਆ, ਜਿਹਨੂੰ ਕਿਹਾ ਜਾਂਦਾ ਹੈ ਸਾਡਾ ਗੁਰੂ ਆ, ਉਹ ਪਤਾ ਲੱਗਦਾ ਜੀ ਉਹ ਆਪ ਹੀ ਵਿਕਾਰਾਂ ਵਿੱਚ ਉਲਝ ਕੇ ਆਪ ਹੀ ਖੱਜਲ ਖੁਆਰ ਹੋ ਗਿਆ, ਤੇ ਫਿਰ ਬਾਅਦ ਚੋਂ ਮਨ ਦੁਖੀ ਹੁੰਦਾ ਹੈ। ਤੇ ਇਸ ਲਈ ਗੁਰੂ ਸਾਹਿਬ ਨੇ ਬੜਾ ਪਿਆਰ ਨਾਲ ਸਮਝਾਇਆ ਕਿ ਬਈ ਜੇ ਨਮਸਕਾਰ ਕਰਨੀ ਹੈ, ਜੇ ਸਿਰ ਝੁਕਾਣਾ ਹੀ ਹੈ ਨਾ, ਜੇ ਆਪਣਾ ਤੂੰ ਮਨ ਅਰਪਣ ਕਰਨਾ ਹੈ, ਅਸਲ ਵਿੱਚ ਨਮਸਕਾਰ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਣਾ ਮਨ ਅਰਪਣ ਕਰਨਾ। ਬਾਹਰੋਂ ਤੇ ਬੜੀ ਵਾਰ ਝੁਕਦੇ ਹਨ ਪਰ ਅੰਦਰੋਂ ਨਮਸਕਾਰ ਕਦੇ ਨਹੀਂ ਨਿਕਲੀ। ਤੇ ਗੁਰੂ ਸਾਹਿਬ ਕਹਿੰਦੇ ਆ ਤਿਸੇ ਆਦੇਸ਼ ਤਿਸੇ ਆਦੇਸ਼, ਕਿ ਅਗਰ ਆਦੇਸ਼ ਯਾਨੀ ਕਿ ਨਮਸਕਾਰ ਕਰਨੀ ਹੈ ਤੇ ਮੇਰੀ ਨਮਸਕਾਰ ਸਿਰਫ ਤੇ ਸਿਰਫ ਉਹ ਅਕਾਲ ਪੁਰਖ ਨੂੰ ਹੈ। ਯਾਨੀ ਕਿ ਸਾਨੂੰ ਸਿੱਖਿਆ ਮਿਲ ਰਹੀ ਹੈ ਨਾ ਕਿ ਸਾਨੂੰ ਨਮਸਕਾਰ ਕਿਹਨੂੰ ਕਰਨੀ ਚਾਹੀਦੀ ਹੈ, ਜੋ ਬਾਣੀ ਵਿੱਚ ਦਰਜ ਹੈ ਉਸ ਅਕਾਲ ਪੁਰਖ ਨੂੰ। ਕਿਹੜੇ ਅਕਾਲ ਪੁਰਖ ਨੂੰ? ਬੜੇ ਪਿਆਰ ਨਾਲ ਅੱਗੇ ਸਮਝਾਇਆ, ਜੋ ਆਦ ਭਾਵ ਸ਼ੁਰੂਆਤ ਤੋਂ ਹੀ ਹੈ, ਜਦੋਂ ਤੋਂ ਇਹ ਦੁਨੀਆ ਜਿਹੜੀ ਹੈ ਉਹਦੇ ਤੋਂ ਬਣੀ ਹੈ, ਪਰ ਦੁਨੀਆ ਤੋਂ ਪਹਿਲੇ ਉਹ ਸੀਗਾ। ਆਦ ਯਾਨੀ ਸਭ ਤੋਂ ਪਹਿਲਾਂ। ਅਨੀਲ ਭਾਵ ਕਲੰਕ ਤੋਂ ਰਹਿਤ, ਸ਼ੁੱਧ ਸਰੂਪ, ਜਿਹਨੂੰ ਜਿਹੜੀ ਹੈ ਕੋਈ ਕਲੰਕ ਨਹੀਂ ਹੈ, ਜਿਸ ਤੇ ਕੋਈ ਦਾਗ ਨਹੀਂ ਹੈ, ਅਨੀਲ ਹੈ, ਸ਼ੁੱਧ ਹੈ। ਹੁਣ ਅਜਿਹਾ ਕੋਈ ਮਨੁੱਖ ਮਿਲੇਗਾ? ਹੋ ਸਕਦਾ ਮਿਲੇ, ਕੁਦਰਤ ਹੈ, ਕੁਦਰਤ ਵਿੱਚ ਹਰ ਤਰੀਕੇ ਦੇ ਜੀਵ ਆ, ਪਰ ਹੁਣ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਹਾਂ ਇਹ ਬਿਲਕੁਲ ਦਾਗ ਤੋਂ ਰਹਿਤ ਹੈ? ਅਸੀਂ ਤੇ ਆਪ ਕੌਣ ਆ ਜੀ? ਅਸੀਂ ਆਪ ਸਿੱਖ ਹਾਂ। ਸਿੱਖ ਦਾ ਮਤਲਬ ਕੀ ਹੁੰਦਾ? ਸਟੂਡੈਂਟ, ਸਿੱਖਿਆਰਥੀ, ਸਿੱਖਣ ਵਾਲਾ। ਤੇ ਜਿਹੜਾ ਸਿੱਖਿਆਰਥੀ ਹੁੰਦਾ ਨਾ, ਉਸ ਨੂੰ ਆਪ ਹੀ ਟੀਚਰ ਦਾ ਕੰਮ ਨਹੀਂ ਕਰਨਾ ਚਾਹੀਦਾ। ਟੀਚਰ ਨੂੰ ਟੀਚਰ ਦਾ ਕੰਮ ਸੌਂਪਦਾ, ਅਸੀਂ ਆਪ ਹੀ ਨੰਬਰ ਦੇਣ ਲੱਗ ਜਾਂਦੇ ਹਾਂ। ਭਾਜੀ ਇਸ ਤੇ ਬੜੀ ਕਿਰਪਾ ਹੈ, ਇਹ ਤੇ ਰੱਬ ਦਾ ਹੀ ਰੂਪ ਹੈ। ਸਾਨੂੰ ਕੀ ਪਤਾ? ਕੁਛ ਟਾਈਮ ਬਾਅਦ ਪਤਾ ਲੱਗਦਾ ਜੀ ਇਹ ਤੇ ਬੰਦਾ ਹੀ ਬੜਾ ਪੁੱਠਾ ਸੀਗਾ ਜੀ। ਕੁਛ ਟਾਈਮ ਬਾਅਦ ਉਹਦੀ ਹਾਲਤ ਕਿੱਥੋਂ ਦੀ ਕਿੱਥੇ ਹੋ ਜਾਂਦੀ ਹੈ, ਕੁਛ ਨਹੀਂ ਪਤਾ, ਕਿਉਂਕਿ ਇਹ ਗੁਰੂ ਸਾਹਿਬ ਦੀ ਮੌਜ ਹੈ। ਤੇ ਗੁਰੂ ਸਾਹਿਬ ਮੌਕਾ ਸਭ ਨੂੰ ਦਿੰਦੇ ਆ, ਤੇ ਕੋਈ ਉਹਦੀ ਚੰਗੀ ਵਰਤੋਂ ਕਰਕੇ ਉਹਦਾ ਹੀ ਰੂਪ ਹੋ ਜਾਂਦੇ ਆ, ਪਰ ਕਈ ਉਹਦੀ ਦੁਰਵਰਤੋਂ ਉਹਨਾਂ ਨੂੰ ਨਹੀਂ ਸਮਝ ਆ ਪਾਉਂਦੀ, ਉਹਦੇ ਵਿੱਚ ਫਸ ਕੇ ਉਹ ਕਿਤੇ ਕਿਤੇ ਵਿਕਾਰੀ ਹੋ ਜਾਂਦੇ ਆ, ਖੱਜਲ ਖੁਆਰ ਹੋ ਜਾਂਦੇ ਆ। ਤੇ ਲੇਕਿਨ ਅਨੀਲ ਕੌਣ ਹੋ ਸਕਦਾ ਹੈ? ਅਨੀਲ ਉਹੀ ਹੈ ਪਰਮਾਤਮਾ। ਉਸ ਤੋਂ ਇਲਾਵਾ ਹੋਰ ਕੋਈ ਅਨੀਲ ਸਾਡੀ ਅੱਖਾਂ ਨੂੰ ਨਜ਼ਰ ਨਹੀਂ ਆਉਂਦਾ। ਅਗਰ ਅਸੀਂ ਵੇਖਣ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਪਤਾ ਨਹੀਂ ਲੱਗ ਪਾਏਗਾ, ਕਿਉਂਕਿ ਸਾਡੇ ਕੋਲ ਅੱਖਾਂ ਨਹੀਂ ਹੈ। ਉਹ ਵੀ ਇੱਕ ਅਵਸਥਾ ਹੈ ਜਦ ਹਰ ਜਗ੍ਹਾ ਪਰਮਾਤਮਾ ਨਜ਼ਰ ਆਉਣ ਲੱਗ ਜਾਏ, ਜਦ ਸਮਦ੍ਰਿਸ਼ਟ ਹੋ ਜਾਏ, ਫਿਰ ਕਹਿ ਸਕਦੇ ਹਾਂ ਬਈ ਹਰ ਜਗ੍ਹਾ ਹੀ ਪਰਮਾਤਮਾ ਨਜ਼ਰ ਆ ਰਿਹਾ ਹੈ। ਪਰ ਅਜੇ ਤੇ ਨਹੀਂ ਹੈ ਨਾ। ਅਜੇ ਸਾਡੀ ਨਮਸਕਾਰ ਕਿਸ ਨੂੰ ਹੈ? ਅਜੇ ਉਸੀ ਅਨੀਲ ਸਰੂਪ ਨੂੰ ਹੈ ਜੋ ਆਦ ਹੈ, ਅਨੀਲ ਹੈ, ਅਨਾਦ ਭਾਵ ਅਨ ਜਮਾ ਆਦ, ਜੋ ਸ਼ੁਰੂਆਤ ਤੋਂ ਰਹਿਤ ਹੈ। ਭਾਵ ਸ਼ੁਰੂ ਤੋਂ ਤੇ ਹੈ, ਪਰ ਕਿੱਥੋਂ ਸ਼ੁਰੂ ਹੈ, ਉਹਦੀ ਸ਼ੁਰੂਆਤ ਕਿੱਥੇ ਹੈ, ਇਹ ਕੋਈ ਨਹੀਂ ਦੱਸ ਸਕਦਾ। ਇਸ ਲਈ ਉਹ ਅਨਾਦ ਹੈ, ਅਨਜਮਾ ਆਦ। ਅਨਾਹਤ ਤੋਂ ਭਾਵ ਹੈ ਅਨਜਮਾ ਆਹਤ, ਜੋ ਨਾਸ ਨਹੀਂ ਹੋ ਸਕਦਾ, ਜਿਹਨੂੰ ਕੋਈ ਨਸ਼ਟ ਨਹੀਂ ਕਰ ਸਕਦਾ। ਹੁਣ ਕੋਈ ਐਸਾ ਮਨੁੱਖ ਹੈ ਜੋ ਨਸ਼ਟ ਨਹੀਂ ਹੁੰਦਾ? ਅਗਰ ਨਹੀਂ ਹੁੰਦਾ ਤੇ ਫਿਰ ਉਸ ਨੂੰ ਗੁਰੂ ਮੰਨ ਸਕਦੇ ਹਨ, ਪਰ ਅਜਿਹਾ ਕੋਈ ਨਹੀਂ ਹੈ। ਜਦ ਅਜਿਹਾ ਕੋਈ ਹੈ ਹੀ ਨਹੀਂ ਤੇ ਸਾਡੀ ਜਿਹੜੀ ਸੁਰਤ ਹੈ ਫਿਰ ਕਿਵੇਂ ਇੱਕ ਦੁਨਿਆਵੀ ਤੋਂ ਇੰਨੀ ਪ੍ਰਭਾਵਿਤ ਹੋ ਜਾਂਦੀ ਹੈ? ਨਹੀਂ ਹੋਣੀ ਚਾਹੀਦੀ ਨਾ, ਭਾਵੇਂ ਕੋਈ ਕਿੰਨਾ ਵੀ ਵੱਡਾ ਹੋਵੇ। ਪਰ ਸਾਡਾ ਜਿਹੜਾ ਕਹਿੰਦੇ ਆ ਨਾ, ਜਿਹੜੀ ਸੁਰਤ ਹੈ, ਜੋ ਸਾਡਾ ਮਨ ਹੈ, ਜੋ ਸਾਡਾ ਤਨ ਹੈ, ਸਿਰਫ ਤੇ ਸਿਰਫ ਇਹੀ ਕੋਸ਼ਿਸ਼ ਹੋਏ ਕਿ ਉਸ ਸੱਚੇ ਪਿਤਾ ਤੋਂ ਹੀ ਪ੍ਰਭਾਵਿਤ ਹੋਏ। ਅਗਰ ਗੱਲ ਆਏ ਝੁਕਣ ਦੀ, ਮਨ ਅਰਪਣ ਕਰਨ ਦੀ, ਤੇ ਫਿਰ ਸਾਨੂੰ ਗੁਰੂ ਸਾਹਿਬ ਤੋਂ ਇਲਾਵਾ ਹੋਰ ਕੋਈ ਸ਼ਖਸੀਅਤ ਨਜ਼ਰ ਨਹੀਂ ਆਉਂਦੀ ਜਿਸ ਨੂੰ ਅਸੀਂ ਇਹ ਆਪਣਾ ਤਨ ਮਨ ਧਨ ਅਰਪਣ ਕਰ ਸਕੀਏ, ਹੈ ਨਾ। ਤੇ ਇਸ ਲਈ ਕਿਉਂਕਿ ਬਾਕੀ ਸਾਰੇ ਕੀ ਆ? ਨਾਸ਼ਵੰਤ ਆ, ਪਰ ਪਰਮਾਤਮਾ ਕੀ ਹੈ? ਅਨਾਹਤ, ਜਿਹੜਾ ਨਾਸ਼ ਨਹੀਂ ਹੋ ਸਕਦਾ, ਜਿਸ ਨੂੰ ਕੋਈ ਮਿਟਾ ਨਹੀਂ ਸਕਦਾ। ਹੋਰ ਸਭ ਤੋਂ ਅੱਛੀ ਗੱਲ, ਜੁਗ ਜੁਗ ਏਕੋ ਵੇਸ, ਬਦਲਦਾ ਨਹੀਂ। ਦੁਨਿਆਵੀ ਜੀਵ
ਅੱਜ ਕੁਝ ਹੋ ਰਿਹਾ, ਕੁਝ ਸਮੇਂ ਬਾਅਦ ਕੁਝ ਹੋ ਰਿਹਾ, ਉਸ ਫਿਰ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਤੇ ਬਿਲਕੁਲ ਹੀ ਬਦਲ ਗਿਆ ਜੀ, ਇਹਦੇ ਤੇ ਹਾਵ ਭਾਵ ਵੀ ਬਦਲ ਗਏ ਆ। ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ। ਪਰ ਜੋ ਪਰਮਾਤਮਾ ਹੈ ਜੁਗ ਜੁਗ ਯਾਨੀ ਕਿ ਜੁਗਾ ਜੁਗਾ ਤੋਂ ਇੱਕੋ ਜਿਹਾ ਹੈ, ਉਹਦਾ ਇੱਕੋ ਜਿਹਾ ਸਰੂਪ ਹੈ। ਭਾਵੇਂ ਨਾਮ ਉਹਦੇ ਵੱਖ-ਵੱਖ ਪਈ ਜਾ ਰਹੇ ਆ, ਹਰ ਇੱਕ ਯੁੱਗ ਵਿੱਚ ਹੈਨਾ ਵੱਖੋ-ਵੱਖ ਨਾਮ ਉਹਨੂੰ ਮਿਲ ਜਾਂਦੇ ਆ। ਪਹਿਲੇ ਕੁਝ ਹੋਰ ਕਹਿੰਦੇ ਸੀ, ਹੁਣ ਕੁਝ ਹੋਰ ਕਹਿੰਦੇ, ਆਉਣ ਵਾਲੇ ਟਾਈਮ ਤੇ ਕੁਝ ਹੋਰ ਕਹਿੰਦੇ ਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਹੈ ਨਾ, ਕੋਈ ਸੇਵੈ ਗੁਸਈਆਂ, ਕੋਈ ਅਲਾਏ। ਤੇ ਹਰ ਕਿਸੇ ਨੇ ਆਪਣੇ ਆਪਣੇ ਨਜ਼ਰੀਏ ਨਾਲ ਜਿਵੇਂ ਵੇਖਿਆ, ਕਿਸੇ ਨੇ ਦਿਆਲੂ ਕਹਿ ਦਿੱਤਾ, ਕਿਸੇ ਨੇ ਕਿਰਪਾਲੂ ਕਹਿ ਦਿੱਤਾ ਹੈ ਨਾ। ਤੇ ਪਰ ਪਰਮਾਤਮਾ ਜਿਹੜਾ ਜੋ ਉਹਦਾ ਅਸਲ ਜਿਹੜਾ ਸਰੂਪ ਹੈ, ਜੋ ਉਹਦਾ ਬੇਸ ਹੈ, ਜਿਹੜਾ ਮੁੱਢ ਹੈ, ਉਹ ਇੱਕੋ ਜਿਹਾ ਰਹਿੰਦਾ ਹੈ, ਉਹ ਨਹੀਂ ਬਦਲਦਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਉਸ ਨੂੰ ਨਮਸਕਾਰ ਸਾਡੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਇਹ ਸਾਰੇ ਗੁਣ ਗੁਰੂ ਸਾਹਿਬ ਨੇ ਸਾਨੂੰ ਦੱਸੇ। ਉਮੀਦ ਹੈ ਗੱਲ ਪਕੜ ਵਿੱਚ ਆਈ ਹੋਏਗੀ। ਅਗਰ ਫਿਰ ਵੀ ਆਪ ਜੀ ਦਾ ਕੋਈ ਸਵਾਲ ਜਵਾਬ ਹੋਏ ਤੇ ਬਿਲਕੁਲ ਆਪ ਜੀ ਨੂੰ ਪਤਾ ਹੀ ਹੈ, ਕਮੈਂਟ ਬਾਕਸ ਤੇ ਆਪ ਜੀ ਲਿਖ ਸਕਦੇ ਹੋ। ਅਗਰ ਵਿਚਾਰ ਕਰਦੇ ਹਾਂ ਕੋਈ ਗਲਤੀ ਟੁੱਟੀ ਹੋ ਗਈ ਹੋਣ, ਆਪ ਜੀ ਕੁਝ ਫੀਡਬੈਕ ਜਾਂ ਸੁਝਾਅ ਦੇਣਾ ਚਾਹੁੰਦੇ ਹੋ, ਉਹ ਵੀ ਆਪ ਜੀ ਬਿਲਕੁਲ ਦੇ ਸਕਦੇ ਹੋ ਜੀ। ਅਗਰ ਆਪ ਜੀ ਨਵੇਂ ਹੋ ਚੈਨਲ ਤੇ ਬਿਲਕੁਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਇਹ ਉਹਨਾਂ ਸਭ ਦਾ ਫਰਜ਼ ਹੈ ਜਿਨ੍ਹਾਂ ਨੂੰ ਇਹ ਕਨਸੈਪਟ ਚੰਗਾ ਲੱਗਦਾ ਹੈ। ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਏਗੀ, ਉਹ ਹਮੇਸ਼ਾ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਆ। ਸਭ ਦਾ ਦਿਲੋਂ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।